हेलो स्टूडेंट्स, हाउ आर यू। ਅੱਜ ਅਸੀਂ ਕਰਾਂਗੇ ਸੈਕਿੰਡ ਲੈਸਨ ਦ ਪੋਰਟਰੇਟ ਆਫ ਲੇਡੀ, ਇੱਕ ਇਸਤਰੀ ਦੀ ਤਸਵੀਰ। ਸਟਾਰਟ। ਖੁਸ਼ਵੰਤ ਸਿੰਘ has written a number of books on Sikh history and religion। ਖੁਸ਼ਵੰਤ ਸਿੰਘ ਜੀ ਨੇ ਕਈ ਕਿਤਾਬਾਂ ਲਿਖੀਆਂ ਸਿੱਖ ਇਤਿਹਾਸ ਅਤੇ ਧਰਮ ਬਾਰੇ। He has also translated a number of books from Urdu and Punjabi into English। ਉਹਨਾਂ ਨੇ ਕਈ ਉਰਦੂ ਅਤੇ ਪੰਜਾਬੀ ਦੀਆਂ ਕਿਤਾਬਾਂ ਦਾ ਤਰਜਮਾ ਯਾਨੀ ਟ੍ਰਾਂਸਲੇਸ਼ਨ ਇੰਗਲਿਸ਼ ਲੈਂਗੁਏਜ ਵਿੱਚ ਕੀਤਾ। Apart from being a writer, ਰਾਈਟਰ ਹੋਣ ਤੋਂ ਅਲੱਗ ਹੀ ਹੈਜ਼ ਬੀਨ ਅ ਲਾਇਰ, ਉਹ ਇੱਕ ਵਕੀਲ ਵੀ ਰਹਿ ਚੁੱਕੇ ਹਨ। ਹੁਣ ਇੱਥੇ ਹੈਜ਼ ਬੀਨ ਵਰਤਿਆ ਗਿਆ ਪਰ ਉਹਨਾਂ ਦੀ ਡੈਥ 2014 ਵਿੱਚ ਹੋ ਗਈ ਸੀ, ਸੋ ਇਹ ਬੁੱਕ ਹੋ ਸਕਦਾ ਉਸ ਤੋਂ ਪੁਰਾਣੀ ਲਿਖੀ ਗਈ ਹੋਵੇ ਤਾਂ ਕਰਕੇ ਹੈਜ਼ ਵਰਤਿਆ ਗਿਆ, ਪਰ ਉਹ ਹੁਣ ਇਸ ਦੁਨੀਆ ਵਿੱਚ ਨਹੀਂ ਹਨ। ਆਓ ਉਹਨਾਂ ਬਾਰੇ ਦੇਖੀਏ ਕਿ ਉਹ ਵਕੀਲ ਤੋਂ ਬਿਨਾਂ ਹੋਰ ਕੀ ਸਨ। a public relation officer, ਇੱਕ public relation officer ਵੀ ਸਨ, and the editor of the Illustrated Weekly of India, ਅਤੇ ਇੱਕ Illustrated Weekly of India ਪੱਤਰਿਕਾ ਦੇ ਸੰਪਾਦਕ ਵੀ ਸਨ। Two of his well-known novels, ਉਹਨਾਂ ਦੇ ਦੋ ਬਹੁਤ ਪ੍ਰਖਿਆਤ ਨਾਵਲ are Train to Pakistan, ਪਾਕਿਸਤਾਨ ਨੂੰ ਜਾਂਦੀ ਟ੍ਰੇਨ, and I shall not hear the nightingale। ਇਹ ਦੋ ਉਹਨਾਂ ਦੇ ਬਹੁਤ ਫੇਮਸ ਹੋਏ ਨਾਵਲਸ ਹਨ। ਆਓ ਲੈਸਨ ਪੜ੍ਹਨਾ ਸ਼ੁਰੂ ਕਰੀਏ। My grandmother, like everybody's grandmother, was an old woman। ਮੇਰੇ ਦਾਦੀ ਜੀ ਦੂਜਿਆਂ ਦੇ ਦਾਦੀ ਵਾਂਗ ਬਜ਼ੁਰਗ ਔਰਤ ਸਨ। She had been old and wrinkled for the 20 years that I had known her। ਜਿੰਨਾ ਕੁ ਮੈਂ ਉਹਨਾਂ ਨੂੰ ਪਿਛਲੇ 20 ਸਾਲਾਂ ਤੋਂ ਜਾਣਦਾ ਸੀ, ਉਹ ਹੁਣ ਵੀ ਓਨੇ ਹੀ ਬੁੱਢੇ ਅਤੇ ਉਹਨਾਂ ਦਾ ਫੇਸ ਓਨੀਆਂ ਹੀ ਚੁਰਲੀਆਂ ਵਾਲਾ। People said that she had once been young and pretty and even had a husband। ਲੋਕੀ ਕਹਿੰਦੇ ਉਹ ਤਾਂ ਪਹਿਲਾਂ ਬਹੁਤ ਯੰਗ ਯਾਨੀ ਜਵਾਨ ਅਤੇ ਸੋਹਣੀ ਹੁੰਦੀ ਸੀ ਅਤੇ ਉਹਨਾਂ ਦਾ ਇੱਕ ਪਤੀ ਵੀ ਸੀ। But that was hard to believe, ਪਰ ਇਹ ਬਹੁਤ ਔਖਾ ਹੈ ਵਿਸ਼ਵਾਸ ਕਰਨਾ। My grandfather's portrait hung above the mantelpiece in the drawing room। ਮੇਰੇ ਦਾਦਾ ਜੀ ਦੀ ਤਸਵੀਰ ਡਰਾਇੰਗ ਰੂਮ ਵਿੱਚ ਬਣੀ ਅੰਗੀਠੀ ਦੇ ਉੱਪਰ ਦੀਵਾਰ ਨਾਲ ਲਟਕੀ ਹੋਈ ਹੈ। He wore a big turban and loose fitting clothes। ਉਹ ਵੱਡੀ ਪਗੜੀ ਅਤੇ ਖੁੱਲੇ ਡੁੱਲੇ ਕੱਪੜੇ ਪਾਉਂਦੇ ਸਨ। His long white beard covered the best part of his chest and he looked at least 100 years old। ਉਹਨਾਂ ਦੀ ਵੱਡੀ ਦਾੜੀ ਉਹਨਾਂ ਦੀ ਛਾਤੀ ਦਾ ਬਹੁਤ ਵੱਡਾ ਭਾਗ ਕਵਰ ਕਰਦੀ ਸੀ ਅਤੇ ਉਹ ਦੇਖਣ ਨੂੰ ਘੱਟੋ ਘੱਟ 100 ਸਾਲਾਂ ਦੇ ਲੱਗਦੇ ਸਨ। He did not look the sort of person who would have a wife or children। ਉਹ ਅਜਿਹੇ ਆਦਮੀ ਨਹੀਂ ਲੱਗਦੇ ਸਨ ਕਿ ਜਿਨ੍ਹਾਂ ਦੀ ਵਾਈਫ ਵੀ ਹੋਵੇ ਤੇ ਬੱਚੇ ਵੀ ਹੋਣ। He looked as if he could only have lots and lots of grandchildren। ਉਹ ਇੰਨੇ ਬਜ਼ੁਰਗ ਲੱਗਦੇ ਸਨ ਕਿ ਜਿੱਦਾਂ ਉਹਨਾਂ ਦੇ ਬਹੁਤ ਸਾਰੇ ਦੋਤੇ ਪੋਤੇ ਹੋਣ। ਸੋ ਇੱਥੇ ਇੱਕ ਗੱਲ ਆਪਾਂ ਕਲੀਅਰ ਕਰਕੇ ਚੱਲੀਏ ਕਿ ਕਿਉਂ ਨਹੀਂ ਖੁਸ਼ਵੰਤ ਸਿੰਘ ਜੀ ਨੂੰ ਲੱਗਦਾ ਸੀ ਕਿ ਉਹਨਾਂ ਦੇ ਦਾਦੀ ਜੀ ਇਹਨਾਂ ਨਾਲ ਮੈਰਿਡ ਸਨ। ਤੋ ਕਿਸ ਤਰ੍ਹਾਂ ਉਹਨਾਂ ਦੀ ਦਾਦੀ ਦੇ ਹਸਬੈਂਡ ਹੋ ਸਕਦੇ ਹਨ ਜਿਹੜੇ ਕਿ ਫੋਟੋ ਵਿੱਚ ਹੀ ਕਈ ਸਾਲ ਪਹਿਲਾਂ ਕਿੰਨੇ ਬਜ਼ੁਰਗ ਲੱਗਦੇ ਸਨ। As for my grandmother being young and pretty, the thought was almost revolting। ਤੇ ਜੇ ਮੈਂ ਆਪਣੀ ਗ੍ਰੈਂਡਮਦਰ ਦੀ ਗੱਲ ਕਰਾਂ ਜਿਹੜੇ ਕਿ ਜਵਾਨ ਅਤੇ ਖੂਬਸੂਰਤ ਸਨ, ਤੇ ਇਹ ਵਿਚਾਰ ਹੀ ਆਪਾ ਵਿਰੋਧੀ ਲੱਗਦਾ, ਇੱਕ ਵਿਦਰੋਹ ਵਾਲਾ ਲੱਗਦਾ ਜਿਹਦੇ ਤੇ ਵਿਸ਼ਵਾਸ ਕਰਨਾ ਔਖਾ ਹੈ। She often told us of the games she used to play as a child। ਦਾਦੀ ਮਾਂ ਸਾਨੂੰ ਹਮੇਸ਼ਾ ਦੱਸਦੀ ਹੁੰਦੀ ਸੀ ਕਿ ਉਹ ਕਿਹੜੀਆਂ ਖੇਡਾਂ ਸਨ ਜਿਹੜੀਆਂ ਉਹ ਆਪਣੇ ਬਚਪਨ ਵਿੱਚ ਖੇਡਿਆ ਕਰਦੀ ਸੀ। That seemed quite absurd and undignified on her part। ਉਹ ਉਹਨਾਂ ਦੇ ਹਿਸਾਬ ਨਾਲ ਬੜਾ ਬੇਤੁਕਾ ਅਤੇ ਅਨਾਦਰ ਪੂਰਨ ਲੱਗਦਾ ਸੀ। And we treated it like the fables of the prophets she used to tell us। ਤੇ ਉਹਨਾਂ ਦੀਆਂ ਗੱਲਾਂ ਸਾਨੂੰ ਇਦਾਂ ਲੱਗਣੀਆਂ ਕਿ ਜਿੱਦਾਂ ਕੋਈ ਪੈਗੰਬਰਾਂ ਦੀਆਂ ਦੰਤ ਕਥਾਵਾਂ, ਓਕੇ, ਪੁਰਾਣੀਆਂ ਕਥਾਵਾਂ ਕੋਈ ਸਾਨੂੰ ਸੁਣਾ ਰਹੇ ਹੋਣ ਜਿਹੜੀਆਂ ਕਿ ਅਕਸਰ ਸੁਣਾਉਂਦੇ ਸਨ। She used to tell us। Next, she had always been short and fat and slightly bent। ਉਹ ਹਮੇਸ਼ਾ ਤੋਂ ਹੀ ਛੋਟੇ,
ਮੋਟੇ ਅਤੇ ਥੋੜੇ ਜਿਹੇ ਝੁਕੇ ਹੋਏ ਸਨ। ਹਰ ਫੇਸ ਵਾਜ਼ ਅ ਕ੍ਰਿਸ ਕ੍ਰੋਸ ਆਫ ਰਿੰਕਲਸ ਰਨਿੰਗ ਫਰੋਮ ਐਵਰੀਵੇਅਰ ਟੂ ਐਵਰੀਵੇਅਰ। ਕ੍ਰਿਸ ਕ੍ਰੋਸ ਹੁੰਦਾ ਇੱਕ ਦੂਜੇ ਨੂੰ ਕੱਟਦੀਆਂ ਹੋਈਆਂ ਰੇਖਾਵਾਂ। ਉਹਨਾਂ ਦਾ ਫੇਸ ਝੁਰਲੀਆਂ ਨਾਲ ਭਰਿਆ ਪਿਆ ਸੀ ਜਿਹੜੀਆਂ ਕਿ ਹਰ ਜਗ੍ਹਾ ਤੋਂ ਇੱਕ ਦੂਜੇ ਨੂੰ ਕੱਟ ਰਹੀਆਂ ਸਨ। ਨੋ ਵੀ ਵਾਸ ਸਰਟਨ ਸ਼ੀ ਹੈਡ ਆਲਵੇਜ਼ ਬੀਨ ਐਜ਼ ਵੀ ਹੈਡ ਨੋਨ ਹਰ। ਨਹੀਂ, ਸਾਨੂੰ ਯਕੀਨ ਸੀ ਉਹ ਤਾਂ ਹਮੇਸ਼ਾ ਤੋਂ ਹੀ ਇੱਦਾਂ ਦੇ ਸਨ ਜਦੋਂ ਦੇ ਅਸੀਂ ਉਹਨਾਂ ਨੂੰ ਜਾਣਦੇ ਹਾਂ। old, so terribly old that she could not have grown older। ਬਜ਼ੁਰਗ, ਇੰਨੇ ਬਜ਼ੁਰਗ ਕਿ ਉਹ ਉਸ ਤੋਂ ਜ਼ਿਆਦਾ ਹੋਰ ਬਜ਼ੁਰਗ ਨਹੀਂ ਹੋਏ। and had stayed at the same age for 20 years। ਅਤੇ ਉਹ ਪਿਛਲੇ 20 ਸਾਲਾਂ ਤੋਂ ਓਨੇ ਹੀ ਏਜ ਦੇ ਹਨ, ਯਾਨੀ ਉਸੇ ਤਰ੍ਹਾਂ ਦੇ ਹਨ। she could never have been pretty। ਉਹ ਇੰਨੇ ਆਕਰਸ਼ਕ ਤਾਂ ਨਹੀਂ ਹੋ ਸਕੇ, but she was always beautiful। ਪਰ ਉਹ ਹਮੇਸ਼ਾ ਸੁੰਦਰ ਸਨ। she hobbled about the house। ਉਹ ਘਰ ਦੇ ਵਿੱਚ ਲੰਗੜਾ ਕੇ ਚੱਲਦੇ ਰਹਿੰਦੇ ਸਨ। ਇਨ ਸਪੋਰਟਲੈਸ ਵਾਈਟ। ਸਪੋਰਟ ਹੁੰਦਾ ਤੱਬਾ, ਸਪੋਰਟਲੈਸ ਤੱਬੇ ਰਹਿਤ। ਵਾਈਟ ਯਾਨੀ ਵਾਈਟ ਪੋਸ਼ਾਕ। ਸੋ ਉਹ ਆਪਣੀ ਵਾਈਟ ਪੋਸ਼ਾਕ ਜੋ ਕਿ ਤੱਬੇ ਰਹਿਤ ਸੀ ਉਹਦੇ ਵਿੱਚ ਲੰਗੜਾ ਕੇ ਚੱਲਦੇ ਰਹਿੰਦੇ। ਹੋਰ ਕੀ ਸੀ ਉਹਨਾਂ ਦੇ ਨਾਲ? ਵਿਦ ਵਨ ਹੈਂਡ ਰੈਸਟਿੰਗ ਔਨ ਹਰ ਵੇਸਟ। ਇੱਕ ਹੱਥ ਆਪਣੀ ਕਮਰ ਤੇ ਰੱਖ ਕੇ, ਕਾਹਦੇ ਵਾਸਤੇ ਰੱਖਿਆ? ਟੂ ਬੈਲੈਂਸ ਹਰ ਸਟੂਪ। ਸਟੂਪ ਹੁੰਦਾ ਝੁਕਾ ਯਾਨੀ ਕੁੱਬ, ਉਹਨੂੰ ਬੈਲੈਂਸ ਕਰਨ ਲਈ ਉੱਥੇ ਵੇਸਟ ਤੇ ਰੱਖ ਲੈਂਦੇ ਸਨ। ਐਂਡ ਦ ਅਦਰ ਟੈਲਿੰਗ ਦ ਬੀਡਸ ਆਫ ਹਰ ਰੋਜ਼ਰੀ। ਅਤੇ ਉਹ ਦੂਜਾ ਹੱਥ ਆਪਣੇ ਮਾਲਾ ਦੇ ਮਣਕੇ ਫੇਰਨ ਤੇ ਰੱਖਦੇ। ਹਰ ਸਿਲਵਰ ਲੋਕਸ ਵਰ ਸਕੈਟਰਡ ਅਨਟਾਈਡਲੀ ਓਵਰ ਹਰ ਪੇਲ ਪਕੜ ਫੇਸ। ਉਹਨਾਂ ਦੇ ਚਾਂਦੀ ਰੰਗੇ ਵਾਲ ਬੜੇ ਅਵਿਵਸਥਿਤ ਢੰਗ ਦੇ ਨਾਲ ਉਹਨਾਂ ਦੇ ਕਮਜ਼ੋਰ ਅਤੇ ਝੁਰਲੀਆਂ ਭਰਪੂਰ ਚਿਹਰੇ ਤੇ ਬਿਖਰੇ ਰਹਿੰਦੇ। ਐਂਡ ਹਰ ਲਿਪਸ constantly moved in audible prayer। ਅਤੇ ਉਹਨਾਂ ਦੇ ਬੁੱਲ ਲਗਾਤਾਰ ਇੱਕ ਸੁਣੀ ਜਾਣ ਵਾਲੀ ਪ੍ਰੇਅਰ ਦੇ ਵਿੱਚ ਲੱਗੇ ਰਹਿੰਦੇ। ਯੈਸ she was beautiful। ਹਾਂ, ਉਹ ਸੋਹਣੀ ਸੀ। she was like the winter landscape in the mountains। ਉਹ ਇਸ ਤਰ੍ਹਾਂ ਸੀ ਜਿੱਦਾਂ ਕਿ ਸਰਦੀਆਂ ਦਾ ਮਾਊਂਟੇਨ ਦਾ ਨਜ਼ਾਰਾ। an expanse of pure white serenity breathing peace and contentment। ਐਦਾਂ ਲੱਗਦਾ ਸੀ ਕਿ ਜਿੱਦਾਂ ਸ਼ਾਂਤੀ ਅਤੇ ਸੰਤੁਸ਼ਟੀ ਦੀ ਸ਼ੁੱਧ ਮੂਰਤ ਸਾਹ ਲੈ ਰਹੀ ਹੋਵੇ। ਮਾਈ ਗ੍ਰੈਂਡਮਦਰ ਐਂਡ ਆਈ ਵਰ ਗੁੱਡ ਫਰੈਂਡਸ। ਮੇਰੇ ਦਾਦੀ ਅਤੇ ਮੈਂ ਚੰਗੇ ਦੋਸਤ ਸੀ। ਮਾਈ ਪੇਰੈਂਟਸ ਲੈਫਟ ਮੀ ਵਿਦ ਹਰ ਵੈਨ ਦੇ ਵੈਂਟ ਟੂ ਲਿਵ ਇਨ ਦ ਸਿਟੀ ਐਂਡ ਵੀ ਵਰ ਕੌਨਸਟੈਂਟਲੀ ਟੂਗੈਦਰ। ਮੇਰੇ ਮਾਤਾ ਪਿਤਾ ਮੈਨੂੰ ਉਹਨਾਂ ਕੋਲ ਛੱਡ ਗਏ ਸਨ ਜਦੋਂ ਉਹ ਸਿਟੀ ਵਿੱਚ ਰਹਿਣ ਗਏ ਤੇ ਮੈਂ ਉਹਨਾਂ ਕੋਲ ਲਗਾਤਾਰ ਰਿਹਾ। ਸ਼ੀ ਯੂਜ਼ਡ ਟੂ ਵੇਕ ਮੀ ਅਪ ਇਨ ਦ ਮਾਰਨਿੰਗ। ਉਹ ਅਕਸਰ ਮੈਨੂੰ ਸਵੇਰ ਵੇਲੇ ਉਠਾ ਦਿਆ ਕਰਦੇ ਸਨ। ਐਂਡ ਗੈਟ ਮੀ ਰੈਡੀ ਫॉर ਸਕੂਲ। ਅਤੇ ਮੈਨੂੰ ਸਕੂਲ ਲਈ ਰੈਡੀ ਕਰ ਦਿੰਦੇ ਸਨ। ਸ਼ੀ ਸੈਡ ਹਰ ਮਾਰਨਿੰਗ ਪ੍ਰੇਅਰ ਇਨ ਅ ਮੋਨੋਟਨਸ ਸਿੰਗ ਸੌਂਗ। ਉਹ ਆਪਣੀ ਸਵੇਰ ਦੀ ਪ੍ਰਾਰਥਨਾ ਬੜੇ ਨੀਰਸ ਜਿਹੇ ਢੰਗ ਨਾਲ ਤੇ ਜਿੱਦਾਂ ਰਟਾ ਰਟਾ ਕੇ ਬੋਲੀ ਦੀ ਹੈ ਉਹ ਕਰਦੇ ਸਨ। ਵਾਈਲ ਸ਼ੀ bathed and dressed me in the hope that I would listen and get to know it by heart। ਜਦੋਂ ਕਿ ਮੈਨੂੰ ਨੁਆਉਂਦੇ ਹੋਏ ਤੇ ਮੈਨੂੰ ਕੱਪੜੇ ਪਾਉਂਦੇ ਹੋਏ ਉਹਨਾਂ ਦਿਮਾਗ ਵਿੱਚ ਇਹੀ ਹੁੰਦਾ ਸੀ ਕਿ ਇਹ ਬਹੁਤ ਧਿਆਨ ਨਾਲ ਮਨ ਲਗਾ ਕੇ ਇਹਨੂੰ ਸੁਣਦਾ ਪਿਆ ਹੈ। I listened because I loved her voice। ਮੈਂ ਸੁਣਦਾ ਸੀ ਕਿਉਂਕਿ ਮੈਨੂੰ ਉਹਨਾਂ ਦੀ ਆਵਾਜ਼ ਬਹੁਤ ਪਸੰਦ ਸੀ। but never bothered to learn it। ਪਰ ਮੈਂ ਕਦੀ ਖਿਆਲ ਨਹੀਂ ਕੀਤਾ ਕਿ ਮੈਂ ਇਹਨੂੰ ਸਿੱਖਣਾ ਵੀ ਹੈ। then she would fetch my wooden slate which she had already washed and plastered with yellow chalk। ਤਾਂ ਫਿਰ ਉਹ ਮੇਰੀ ਲੱਕੜੀ ਦੀ ਫੱਟੀ ਲੈ ਕੇ ਆਂਦੀ ਜਿਸ ਨੂੰ ਉਹ ਧੋਂਦੀ ਅਤੇ ਉੱਤੇ ਗਾਚੀ ਲਗਾਉਂਦੀ। a tiny earthen ink pot and a reed pen। ਤੇ ਨਾਲ ਕੀ ਲੈ ਕੇ ਆਂਦੀ? ਇੱਕ ਛੋਟੀ ਸ਼ਾਹੀ ਦੀ ਦਵਾਤ ਅਤੇ ਇੱਕ ਕਲਮ। tie them all in a bundle and hand it to me। ਉਹਨਾਂ ਸਾਰਿਆਂ ਨੂੰ ਇੱਕ ਬੰਡਲ ਵਿੱਚ ਬੰਦੀ ਅਤੇ ਉਹ ਮੈਨੂੰ ਫੜਾ ਦਿੰਦੀ। after a breakfast of thick stale ਚਪਾਤੀ with a little butter and sugar spread on it। ਮੋਟੀ ਅਤੇ ਬਈ ਚਪਾਤੀ ਜਿਸ ਉੱਤੇ ਥੋੜਾ ਸ਼ੂਗਰ ਅਤੇ ਬਟਰ ਲੱਗਿਆ ਹੁੰਦਾ ਸੀ, ਉਸ ਦੇ ਬ੍ਰੇਕਫਾਸਟ ਤੋਂ ਬਾਅਦ we went to the school। ਅਸੀਂ ਸਕੂਲ ਜਾਂਦੇ। She carried several stale chapatis with her for the village dogs।
ਉਹ ਆਪਣੇ ਨਾਲ ਕਈ ਬਈਆਂ ਚਪਾਤੀ ਨਾਲ ਲੈ ਕੇ ਜਾਂਦੀ ਪਿੰਡ ਦੇ ਕੁੱਤਿਆਂ ਨੂੰ ਦੇਣ ਲਈ।